Dear students, +1 class ਦੀ second poem Mother's Day। ਅੱਜ ਆਪਾਂ Mother's Day poem ਪੜ੍ਹਦੇ ਹਾਂ ਜਿਸ ਦੇ poet ਦਾ ਨਾਮ ਹੈ ਸ਼ਿਵ ਕੇ ਕੁਮਾਰ। Let us start. We do it differently in this dark continent, not just once a year, a string of spurious verses ensconced in a bouquet shaped like a Chinese house of dreams. First stanza। ਇਸ ਸਟੈਂਜਾ ਵਿੱਚ ਪੋਇਟ ਕੀ ਕਹਿ ਰਿਹਾ ਹੈ ਵੀ ਸਾਡੇ ਇਸ ਡਾਰਕ ਕੰਟੀਨੈਂਟ ਵਿੱਚ, ਕੰਟੀਨੈਂਟ ਦਾ ਮਤਲਬ ਹੁੰਦਾ ਹੈ ਮਹਾਦੀਪ, ਸਾਡੇ ਇਸ ਮਹਾਦੀਪ ਵਿੱਚ ਇਹ ਦਿਨ ਤਾਂ ਮਨਾਇਆ ਜਾਂਦਾ ਹੈ, ਮਤਲਬ ਮਦਰਸ ਡੇ ਤਾਂ ਮਨਾਇਆ ਜਾਂਦਾ ਹੈ, ਪਰ ਅਲੱਗ ਤਰੀਕੇ ਨਾਲ, ਡਿਫਰੈਂਟਲੀ ਮਤਲਬ ਅਲੱਗ ਤਰੀਕੇ ਨਾਲ। ਕੰਟੀਨੈਂਟ ਕੀ ਹੁੰਦਾ? ਮਹਾਦੀਪ। ਜਿਵੇਂ ਆਪਾਂ ਏਸ਼ੀਆ ਮਹਾਦੀਪ ਵਿੱਚ ਰਹਿ ਰਹੇ ਹਾਂ ਨਾ, ਉਸੇ ਤਰ੍ਹਾਂ ਹੋਰ ਵੀ ਮਹਾਦੀਪ ਹੈ। ਨਾਟ ਜਸਟ ਵਨਸ ਏ ਈਅਰ, ਇੱਥੇ ਸਾਲ ਦੇ ਵਿੱਚ ਇੱਕ ਵਾਰੀ ਮਦਰਸ ਡੇ ਨਹੀਂ ਮਨਾਇਆ ਜਾਂਦਾ। ਉਹਦੇ ਵਿੱਚ ਕੀ ਹੁੰਦਾ? ਇੱਕ ਦਿਨ ਵਿੱਚ ਜਿਹੜਾ ਮਨਾਉਣ ਵਾਲੇ ਦਿਵਸ ਵਿੱਚ ਕੀ ਹੁੰਦਾ? ਅ ਸਟ੍ਰਿੰਗ ਆਫ ਸਪੀਰੀਅਸ ਵਰਸਸ। ਸਟ੍ਰਿੰਗ ਮਤਲਬ ਲੜੀ, ਸਪੀਰੀਅਸ ਮਤਲਬ ਨਕਲੀ। ਸਟ੍ਰਿੰਗ ਮੈਨੇ ਕੀ ਹੈ? ਲੜੀ। ਤੇ ਉਸ ਤੋਂ ਬਾਅਦ ਕੀ ਹੈ? ਸਪੀਰੀਅਸ ਮੈਨੇ ਕੀ ਹੁੰਦਾ? ਨਕਲੀ। ਕੋਈ ਨਕਲੀ ਵਰਸਸ, ਜਿਵੇਂ ਮੰਨ ਲਓ ਕਵਿਤਾ ਦੀਆਂ ਲਾਈਨਾਂ, ਕਵਿਤਾ ਦਾ ਇੱਕ ਪਾਠ ਜਾਂ ਲਾਈਨਾਂ, ਮੰਨ ਲਓ ਤੁਕਾਂ ਕਹਿ ਲਓ ਵੀ ਆਪਾਂ ਮਾਂ ਦੇ ਨਾਂ ਦੇ ਵਾਸਤੇ, ਮਾਂ ਦੀ ਪ੍ਰੇਜ਼ ਵਾਸਤੇ ਕੁਝ ਨਕਲੀ ਤੁਕਾਂ ਇਕੱਠੀਆਂ ਕੀਤੀਆਂ, ਪਰੋਈਆਂ, ਤੇ ਉਹਨੂੰ ਕੀ ਕੀਤਾ? ਇੱਕ ਬੁੱਕੇ ਦੇ ਰੂਪ ਵਿੱਚ ਮਾਂ ਨੂੰ ਭੇਟ ਕਰ ਦਿੱਤਾ। ਬੁੱਕਾ ਕੀ ਹੁੰਦਾ? ਬੁੱਕੇ ਕੀ ਹੁੰਦਾ ਬੇਟੇ? ਗੁਲਦਸਤਾ। ਤੇ ਉਹ ਗੁਲਦਸਤੇ ਦਾ ਸ਼ੇਪ ਕਿਹੜੀ ਦੱਸੀ ਹੈ? ਚਾਈਨੀਜ਼ ਹਾਊਸ ਆਫ ਡ੍ਰੀਮਸ। ਜਿਵੇਂ ਸੁਪਨਿਆਂ ਦਾ ਇੱਕ ਚੀਨੀ ਘਰ ਹੋਵੇ, ਉਹਦੇ ਸ਼ੇਪ ਦਾ ਇੱਕ ਬੁੱਕੇ ਹੈ, ਉਸ ਗੁਲਦਸਤੇ ਦੇ ਰੂਪ ਵਿੱਚ ਉਹ ਆਪਾਂ ਕਵਿਤਾ ਦੀਆਂ ਕੁਝ ਲਾਈਨਾਂ ਜਾਂ ਕੁਝ ਪੋਇਟਰੀ ਲਿਖ ਕੇ ਆਪਦੀ ਮਾਂ ਦੀ ਪ੍ਰੇਜ਼ ਵਿੱਚ ਉਹ ਭੇਟ ਕਰ ਦੇਣੀਆਂ। ਤਾਂ ਫਸਟ ਸਟੈਂਜਾ ਬੇਟੇ ਕੀ ਦੱਸਦਾ ਹੈ ਵੀ ਸਾਡੇ ਦੇਸ਼ ਵਿੱਚ ਇਹ ਦਿਨ ਅਲੱਗ ਤਰੀਕੇ ਨਾਲ ਮਨਾਇਆ ਜਾਂਦਾ ਹੈ, ਜਦੋਂ ਕਿ ਦੂਜੇ ਦੇਸ਼ਾਂ ਦੇ ਵਿੱਚ ਕੀ ਹੈ ਵੀ ਜਿਸ ਦਿਨ ਮਾਂ ਦਿਵਸ ਹੁੰਦਾ ਹੈ, ਮਦਰਸ ਡੇ ਹੁੰਦਾ ਹੈ, ਉਸ ਦਿਨ ਜਿਹੜਾ ਪੁੱਤਰ ਹੈ ਆਪਦੀ ਮਾਤਾ ਕੋਲੇ ਜਾਂਦਾ ਹੈ, ਗੁਲਦਸਤਾ ਭੇਟ ਕਰਦਾ ਹੈ, ਕੁਝ ਕਵਿਤਾਵਾਂ ਵਗੈਰਾ ਜਿਹੜੀਆਂ ਲਿਖੀਆਂ ਹੋਈਆਂ ਜਾਂ ਕੋਈ ਪ੍ਰੇਜ਼ ਵਿੱਚ ਲਾਈਨਾਂ ਲਿਖੀਆਂ, ਉਹ ਵੀ ਨਕਲੀ, ਕਿਸੇ ਤੋਂ ਚੋਰੀ ਕੀਤੀਆਂ ਹੋਈਆਂ, ਉਹ ਬੁੱਕੇ ਦੇ ਰੂਪ ਵਿੱਚ ਭੇਟ ਕਰ ਦਿੰਦਾ ਹੈ। ਇਨਸਕਮੋਸਟ ਮੈਨੇ ਬੇਟੇ ਹੁੰਦਾ ਵੀ ਕਿਸੇ ਚੀਜ਼ ਵਿੱਚ ਬੰਨਿਆ ਹੋਇਆ, ਸੇਫ ਰੱਖਿਆ ਹੋਇਆ। ਇਨਸਕੌਂਸ ਦਾ ਮਤਲਬ ਕੀ ਹੈ? ਕਿਸੇ ਥਾਂ ਤੇ ਸੇਫ ਕਰਕੇ ਰੱਖਿਆ ਹੋਇਆ। ਤਾਂ ਫਸਟ ਸਟੈਂਜਾ ਇਹ ਦੱਸਦਾ ਵੀ ਬਾਕੀ ਦੇਸ਼ਾਂ ਦੇ ਵਿੱਚ, ਬਾਕੀ ਥਾਵਾਂ ਦੇ ਵਿੱਚ ਮਦਰਸ ਡੇ ਕਿਵੇਂ ਮਨਾਇਆ ਜਾਂਦਾ ਹੈ। ਹੁਣ ਨੈਕਸਟ ਸਟੈਂਜਾ। ਮਾਈ ਮਦਰ ਇਜ਼ ਮੋਰ ਡਿਮਾਂਡਿੰਗ ਐਂਡ ਓਬੀਸੈਂਸ ਐਟ ਈਚ ਸਨਰਾਈਜ਼। ਇਹ ਬੇਟੇ ਇੱਥੇ ਕਰੈਕਸ਼ਨ ਕਰਨ ਵਾਲੀ ਹੈ, ਐਟ ਈਚ। ਲਾਈਕ ਏ ਡਿਵੋਟੀ ਥਰੋਇੰਗ ਏ ਹੈਂਡਫੁਲ ਆਫ ਯੈਲੋ ਰਾਈਸ ਟੂ ਦ ਬਰਡਸ। ਹੁਣ ਇੰਡੀਆ ਦੇ ਵਿੱਚ ਕੀ ਹੈ? ਕਹਿੰਦੇ ਮੇਰੀ ਮਾਤਾ ਮੋਰ ਡਿਮਾਂਡਿੰਗ ਹੈ, ਮੇਰੀ ਮਾਤਾ ਨੂੰ ਜ਼ਿਆਦਾ ਰਿਸਪੈਕਟ ਦੀ ਲੋੜ ਹੈ, ਜ਼ਿਆਦਾ ਉਸਦੀ ਰਿਸਪੈਕਟ ਕਰਨ ਦੀ ਲੋੜ ਹੈ। ਉਹਦੇ ਵਿੱਚ ਕੀ ਹੈ? ਉਹਦੇ 'ਚ ਕੀ ਦੱਸਿਆ? ਆਪਣੇ ਇੰਡੀਆ 'ਚ ਕੀ ਦੱਸਿਆ ਵੀ ਹਰੇਕ ਸਨਰਾਈਜ਼ 'ਤੇ, ਵੀ ਜਦੋਂ ਵੀ ਸਵੇਰ ਹੁੰਦੀ ਹੈ, ਮਾਤਾ ਦੀ ਰਿਸਪੈਕਟ ਕਰਨੀ ਬਣਦੀ ਹੈ। ਉਹਨਾਂ ਨੂੰ ਉਹਨਾਂ ਦੇ ਅੱਗੇ ਨਮਸਕਾਰ ਕਰਨਾ, ਝੁਕ ਕੇ ਨਮਸਕਾਰ ਕਰਨਾ ਉਹ ਬਣਦਾ। ਜਿਵੇਂ ਇੱਕ ਡਿਵੋਟੀ ਮੈਨੇ ਕੀ ਹੁੰਦਾ ਬੇਟੇ? ਕੋਈ ਚੇਲਾ ਜਾਂ ਫੋਲੋਵਰ, ਉਹ ਕੀ ਕਰਦਾ ਵੀ ਕੁਝ ਮੁੱਠੀ ਭਰ, ਹੈਂਡਫੁਲ ਮੈਨੇ ਕੀ ਹੁੰਦਾ? ਹੈਂਡਫੁਲ ਮੈਨੇ ਮੁੱਠੀ ਭਰ ਯੈਲੋ ਰਾਈਸ, ਕੋਈ ਚਾਵਲ ਦੇ ਮੁੱਠੀ ਭਰ, ਜਿਵੇਂ ਆਪਾਂ ਬਰਡਸ ਨੂੰ ਪਾਉਂਦੇ ਹਾਂ ਨਾ, ਉਹਨਾਂ ਅੱਗੇ ਸੁੱਟਦੇ ਹਾਂ ਜਾਂ ਪਾਉਂਦੇ ਹਾਂ, ਉਹਨੂੰ ਫੀਡ ਕਰਦੇ ਹਾਂ, ਉਵੇਂ ਹਰ ਸਵੇਰ ਸਾਡੇ ਇੰਡੀਆ ਦੇ ਵਿੱਚ ਮਾਤਾ ਇੱਕ ਤਰ੍ਹਾਂ ਡਿਮਾਂਡ ਕਰਦੇ ਆ ਵੀ ਉਹਨਾਂ ਦੀ ਰਿਸਪੈਕਟ ਕਰਨੀ ਬਣਦੀ ਹੈ ਹਰ ਰੋਜ਼, ਹਰ ਸਨਰਾਈਜ਼ 'ਤੇ, ਹਰ ਸੁਬਾਹ ਨੂੰ। ਜਿਵੇਂ ਲਿਖਿਆ ਹੈ, ਹੋਲਡਿੰਗ ਏ ਕੈਂਡਲਾਬਰਮ ਬਿਫੋਰ ਐਨ ਆਈਡਲ। ਜਿਵੇਂ ਇੱਕ ਕੈਂਡਲਾਬਰਮ ਦਾ ਮਤਲਬ ਹੁੰਦਾ ਵੀ ਜਿਵੇਂ ਇੱਕ ਕਈ ਸਾਰੀਆਂ ਕੈਂਡਲਸ ਨੂੰ ਹੋਲਡ ਕਰਕੇ ਰੱਖਣ ਵਾਲਾ ਇੱਕ ਪਾਰਟ ਕਹਿ ਲਓ, ਜਿਹਦੇ 'ਚ ਰੱਖੀਆਂ ਜਾਂਦੀਆਂ,
आइडल मैंने की हुंदा बेटे एक मूर्ति, बिफोर एन आइडल, जस्ट वंस ए ईयर इज डिसक्रेटिंग इट। हुण देखो भी मान लो कोई जना किसी देवी देवता के अगे जिवें आपां जोत जगाने हैं ना, उवें मोमबत्तियां जगा के एक दिन खड़ा है, मान लो साल दे एक दिन, सिर्फ एक दिन, वंस ए ईयर, तो वो तो एक तरह माँ की डिसरिस्पैक्ट करनी होगी। डिसग्रेडिंग का मतलब की है भी डिसरिस्पैक्ट, भी कहने का मतलब की है बेटे डिसरिस्पैक्ट, भी जे साल दे सिर्फ एक दिन आपां माँ दे कोले इंज जाइए तो उनकी आपां रिस्पैक्ट करिए, तो वो एक तरह आपदे आप विच की हो गया, डिसरिस्पैक्ट होगी। भी साल दे विच सिर्फ एक दिन ही आपां उनकी जेकर इस तरह रिस्पैक्ट करिए तो वो एक तरह अपने आप विच की हो गया, डिसक्रेटिंग हो गया, उनकी डिसरिस्पैक्ट करनी होगी। Whenever I see a caterpillar slouching towards a pansy's eye, or hear ancestral voices in a wind's howl, I invoke my deity sometimes twice a day। ਹੁਣ ਨੈਕਸਟ ਸਟੈਂਜਾ 'ਚ ਕੀ ਦੱਸਿਆ ਬੇਟੇ, ਇਹਦੇ 'ਚ ਦੱਸਿਆ ਬੇਟੇ ਵੀ ਜਦੋਂ ਮੰਨ ਲਓ ਕਵੀ ਨੂੰ ਕਿਸੇ ਤਰ੍ਹਾਂ ਦਾ ਕੋਈ ਡਰ ਹੈ ਜਾਂ ਭੈ ਹੈ ਜਾਂ ਕੋਈ ਇੱਕ ਅਦਭੁਤ ਚੀਜ਼ ਵੇਖਦਾ ਹੋ, ਤਾਂ ਉਹ ਕਿਸ ਤਰ੍ਹਾਂ ਦਾ ਫੀਲ ਕਰਦਾ ਹੈ ਤੇ ਫਿਰ ਉਹ ਕਿਹਨੂੰ ਯਾਦ ਕਰਦਾ ਹੈ। ਕੀ ਕਹਿੰਦਾ ਹੈ, ਵੈਨ ਐਵਰ, ਜਦੋਂ ਮੈਂ ਇੱਕ ਕੈਟਰਪਿਲਰ ਨੂੰ, ਕੈਟਰਪਿਲਰ ਮੇਰੇ ਇੱਕ ਤਰ੍ਹਾਂ ਦਾ ਬੇਟੇ ਤੁਸੀਂ ਪੰਜਾਬੀ 'ਚ ਸੁੰਡੀ ਕਹਿ ਸਕਦੇ ਹੋ, ਜਿਵੇਂ ਇੱਕ ਸੁੰਡੀ ਹੈ, ਠੀਕ ਹੈ, ਤਾਂ ਉਹ ਰੇਂਗ ਕੇ ਚੱਲ ਰਹੀ ਹੈ, ਸਲਾਊਚਿੰਗ ਮਤਲਬ ਤੁਰਦੀ ਪਈ ਆ ਉਹ, ਟੂਵਰਡਸ ਏ ਪੈਂਸੀਜ਼ ਆਈ, ਇਹ ਇੱਕ ਤਰ੍ਹਾਂ ਦਾ ਫਲਾਵਰ ਹੈ ਬੇਟੇ, ਫਲਾਵਰ ਦਾ ਬੂਟਾ ਹੈ, ਬ੍ਰਾਈਟ ਕਲਰਡ ਜਾਂ ਫਲਾਵਰਸ ਜਿਹੜੇ ਹੈਗੇ ਆ, ਮੰਨ ਲਓ ਇੱਕ ਸੁੰਡੀ ਇਸ ਤਰ੍ਹਾਂ ਰੇਂਗ ਕੇ ਫੁੱਲ ਵਾਲੇ ਪਾਸੇ ਜਾ ਰਹੀ ਹੈ। ਜਾਂ ਕੀ ਕਹਿੰਦਾ ਹੈ, ਮੈਂ और हीयर एनसैसट्रल मैंने ਹੁੰਦਾ बेटे पूर्वज, मान लो ਤੁਹਾਡੇ ਤੋਂ ਪਹਿਲਾਂ ਜੋ ਲੋਕ ਪਿਤਾ ਪੁਰਖੀ ਜਿਹੜੇ ਉਹ ਰਹਿ ਕੇ ਗਏ ਆ ਪੂਰਵਜ, ਉਹਨਾਂ ਦੀਆਂ ਮੈਂ ਆਵਾਜ਼ਾਂ ਸੁਣਦਾ। ਵਿੰਡਸ ਹਾਊਲ ਮਤਲਬ ਆਵਾਜ਼ਾਂ ਦੇ ਵਿੱਚ ਜਿਹੜੀਆਂ ਵਿੰਡਸ ਦੇ ਥਰੂ ਤੁਹਾਡੇ ਤੱਕ ਕੰਨਾਂ ਤੱਕ ਪਹੁੰਚਦੀਆਂ ਪਈਆਂ, ਤਾਂ ਇੱਕ ਤਰ੍ਹਾਂ ਕਵੀ ਇੱਕ ਤਰ੍ਹਾਂ ਇੱਕ ਡਰ ਨੂੰ ਫੀਲ ਕਰਦਾ, ਤਾਂ ਉਦੋਂ ਉਹ ਕਿਹਨੂੰ ਯਾਦ ਕਰਦਾ, ਆਈ ਇਨਵੋਕ ਮਾਈ ਡੀਟੀ, ਤਾਂ ਮੈਂ ਆਪਦੇ ਦੇਵਤਾ ਨੂੰ ਯਾਦ ਕਰਦਾ। ਦੇਵਤਾ ਕੌਣ ਇੱਥੇ, ਮਾਤਾ ਨੂੰ। ਕਹਿੰਦਾ ਵੀ ਮੈਨੂੰ ਜਦੋਂ ਵੀ ਕਿਸੇ ਤਰ੍ਹਾਂ ਦਾ ਕੋਈ ਡਰ ਹੁੰਦਾ ਤਾਂ ਮੈਂ ਆਪਦੀ ਕਿਹਨੂੰ ਯਾਦ ਕਰਦਾ, ਮਾਤਾ ਨੂੰ ਯਾਦ ਕਰਦਾ। ਸਮ ਟਾਈਮਸ ਟਵਾਈਸ ਏ ਡੇ, ਤੇ ਇਹ ਕਈ ਵਾਰੀ ਦਿਨ ਵਿੱਚ 2 ਵਾਰ ਵੀ ਮਤਲਬ ਮੈਂ ਯਾਦ ਕਰਦਾ। ਤਾਂ ਬੇਟੇ ਪੋਇਟ ਦੇ ਕੀ ਵਿਚਾਰ ਹੈ, ਇੰਡੀਆ ਦੇ ਵਿੱਚ ਕਿਸ ਤਰ੍ਹਾਂ ਦਿਨ ਮਨਾਇਆ ਜਾਂਦਾ ਹੈ ਤੇ ਬਾਹਰ ਕਿਸ ਤਰ੍ਹਾਂ ਮਨਾਇਆ ਜਾਂਦਾ ਹੈ, ਇਹ ਦੱਸਿਆ। ਕੀ ਦੱਸਿਆ ਬੇਟੇ, ਇਸ ਦੇਸ਼ ਵਿੱਚ ਅਲੱਗ ਤਰੀਕੇ ਨਾਲ ਮਦਰਸ ਡੇ ਮਨਾਇਆ ਜਾਂਦਾ ਹੈ। ਤਾਂ ਉਹਦੇ ਵਿੱਚ ਇਹ ਨਹੀਂਗਾ ਵੀ ਇੱਕ ਦਿਨ ਮਾਤਾ ਕੋਲੇ ਆਪਾਂ ਗੁਲਦਸਤਾ ਭੇਟ ਕਰੀਏ, ਸ਼ਰਧਾ ਉਹਨਾਂ ਨੂੰ ਸ਼ਰਧਾ ਸਮਰਪਿਤ ਕਰੀਏ, ਕੋਈ ਆਪਾਂ ਰਿਸਪੈਕਟ ਸ਼ੋ ਕਰੀਏ, ਇਹ ਸਿਰਫ ਇੱਕ ਦਿਨ ਦਾ ਕੰਮ ਨਹੀਂਗਾ। ਜਿਹੜੀ ਇੰਡੀਆ ਦੇ ਵਿੱਚ ਜਿਹੜੀਆਂ ਮਦਰਸ ਆ ਉਹ ਮੋਰ ਡਿਮਾਂਡਿੰਗ ਹੈ। ਉਹ ਤਾਂ ਕਹਿੰਦੇ ਵੀ ਹਰ ਸਵੇਰੇ ਜਿਵੇਂ ਆਪਾਂ ਕੋਈ ਸ਼ਰਧਾਲੂ ਹੈ, ਉਹ ਮੰਨ ਲਓ ਮੂਰਤੀ ਦੇ ਸਾਹਮਣੇ ਖੜਾ ਹੋ ਕੇ ਸ਼ਰਧਾ ਦੇ ਫੁੱਲ ਭੇਟ ਕਰਦਾ ਹੈ, ਰਿਸਪੈਕਟ ਕਰਦਾ ਹੈ, ਮੱਥਾ ਟੇਕਦਾ ਹੈ, ਉਵੇਂ ਮਾਤਾ ਨੂੰ ਵੀ ਹਰ ਰੋਜ਼ ਨਮਸਕਾਰ ਕਰਨੀ ਬਣਦੀ ਹੈ। ਜਿਵੇਂ ਹਰ ਰੋਜ਼ ਆਪਾਂ ਬਰਡਸ ਨੂੰ ਯੈਲੋ ਰਾਈਸ ਫੀਡ ਕਰਨ ਨੂੰ ਦਿੰਦੇ ਹਾਂ, ਉਵੇਂ ਹਰ ਰੋਜ਼ ਮਾਤਾ ਦੀ ਰਿਸਪੈਕਟ ਕਰਨੀ ਬਣਦੀ ਹੈ। ਇਹ ਨਹੀਂਗਾ ਵੀ ਆਪਾਂ ਦਿਨ ਦੇ ਸਿਰਫ ਇੱਕ ਸਾਲ ਦੇ ਸਿਰਫ ਇੱਕ ਦਿਨ ਵਿੱਚ ਹੀ ਕਰੀਏ। ਜੇ ਸਿਰਫ ਆਪਾਂ ਸਾਲ ਦੇ ਸਿਰਫ ਇੱਕ ਦਿਨ ਹੀ ਕਰਦੇ ਹਾਂ ਤਾਂ ਇੱਕ ਤਰ੍ਹਾਂ ਆਪਾਂ ਮਾਤਾ ਦੀ ਡਿਸਰਿਸਪੈਕਟ ਕਰ ਰਹੇ ਹਾਂ, ਵੀ ਬਾਕੀ ਦਿਨ ਨਹੀਂ ਉਹਦੀ ਰਿਸਪੈਕਟ ਕਰਨੀ ਬਣਦੀ, ਇਹ ਮਤਲਬ ਬਣਦਾ। ਫਿਰ ਉਹ ਕੀ ਕਹਿੰਦਾ ਕਵੀ, ਜਦੋਂ ਵੀ ਮੈਨੂੰ ਕਿਸੇ ਤਰ੍ਹਾਂ ਦਾ ਕੋਈ ਡਰ ਹੁੰਦਾ ਹੈ ਤਾਂ ਮੈਂ ਕਿਹਨੂੰ ਯਾਦ ਕਰਦਾ, ਇਨਵੋਕ ਕਰਨਾ ਹੁੰਦਾ ਬੇਟੇ, ਯਾਦ ਕਰਨਾ। ਕਿਹਨੂੰ ਯਾਦ ਕਰਨਾ, ਆਪਣੀ ਮਾਤਾ ਨੂੰ ਯਾਦ ਕਰਦਾ ਮੈਂ। ਤੇ ਕਈ ਵਾਰੀ ਦਿਨ ਵਿੱਚ ਇੱਕ ਤੋਂ ਵੱਧ ਮਤਲਬ ਟਵਾਈਸ ਵੀ, 2 ਵਾਰੀ ਵੀ। ਤਾਂ ਇਹ ਬੇਟੇ ਪੋਇਮ ਸੀ ਸ਼ਿਵ ਕੇ ਕੁਮਾਰ ਦੀ। ਤਾਂ ਇਹ ਤੁਸੀਂ ਧਿਆਨ ਨਾਲ ਇਹਨੂੰ ਦੁਬਾਰਾ ਤੋਂ ਵੀ ਸੁਣਨਾ। ਸਾਰੇ ਬੱਚਿਆਂ ਨੂੰ ਇਹ ਹੈਗਾ ਜਦੋਂ ਤੁਹਾਡੇ ਕੋਲੇ ਇਹ ਪੋਇਮ ਪਹੁੰਚਦੀ ਹੈ ਤਾਂ ਸਾਰਿਆਂ ਨੇ ਸੁਣਨਾ। ਕਈ ਬੱਚੇ ਨਹੀਂ ਵੀ ਸੁਣ ਰਹੇ ਤਾਂ ਤੁਸੀਂ ਆਪਦੇ ਸਾਥੀਆਂ ਨਾਲ ਗੱਲ ਕਰਨੀ ਹੈ ਬੇਟੇ, ਵੀ ਹੁਣ ਇੱਕ ਇਹੀ ਤਰੀਕਾ ਹੈ ਜਿਹਦੇ ਨਾਲ ਤੁਸੀਂ ਆਪਾਂ ਜਿਹੜਾ ਲੈਸਨ ਸੁਣ ਸਕਦੇ ਹਾਂ, ਪੋਇਮ ਸੁਣ ਸਕਦੇ ਹਾਂ, ਸਮਝ ਸਕਦੇ ਹਾਂ। ਤੁਸੀਂ ਇਸ ਰਿਗਾਰਡਿੰਗ ਜੋ ਕਈ ਤੁਹਾਡੇ ਮਨ ਵਿੱਚ ਕੋਈ ਡਾਊਟ ਵੀ ਬਣਦਾ ਤਾਂ ਮੈਨੂੰ ਤੁਸੀਂ ਫੋਨ ਕਰਕੇ ਵੀ ਪੁੱਛੋਗੇ, ਠੀਕ ਹੈ ਬੇਟੇ। ਤਾਂ ਆਪਾਂ ਨੈਕਸਟ ਪਾਰਟ ਵਿੱਚ ਇਸ ਦੇ ਕੁਐਸਚਨ ਦੇਖਾਂਗੇ। ਥੈਂਕ ਯੂ।